Hello students, today's lesson for electronics third semester. Subject name is EIM, that is electronic instruments and measurements. Your first chapter is basics of measurements. In this subject we will study about electronic instruments, what are the principle behind, and also measurements and their measuring methods. Let's begin with the first chapter, that is basics of measurements. What is measurement? It is a system that provides us information about physical value of some variable that is going to be measured. It means एक इस तरह ਦਾ ਸਿਸਟਮ ਹੈ ਜਿਸ ਦੀ ਹੈਲਪ ਦੇ ਨਾਲ ਆਪਾਂ ਕਿਸੇ ਵੀ ਕੁਆਂਟੀਟੀ ਨੂੰ, ਕੋਈ ਵੀ ਫਿਜ਼ੀਕਲ ਕੁਆਂਟੀਟੀ ਜਾਂ ਕਹ ਲਓ ਫਿਜ਼ੀਕਲ ਵੈਲਿਊ ਨੂੰ ਆਪਾਂ ਕੀ ਕਰ ਸਕਦੇ ਹਾਂ, ਮੈਜਰ ਕਰ ਸਕਦੇ ਹਾਂ। ਮੈਜਰ ਦਾ ਮਤਲਬ ਆਪਾਂ ਉਸ ਦੀ ਕੋਈ ਵੈਲਿਊ ਨੂੰ ਫਾਈਂਡ ਇਟ ਆਊਟ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਦਿਸ ਸਿਸਟਮ। In simple cases, the system can consist of only a single unit that gives an output, reading or signal according to the magnitude of unknown variable applied to it. ਜਿਹੜੇ ਸਿੰਪਲ ਕੇਸਿਸ ਹੁੰਦੇ ਆ ਉਸ ਦੇ ਵਿੱਚ ਕੀ ਕਰਦੇ ਆ, ਉਹਦੇ ਵਿੱਚ ਆਪਾਂ ਸਿਰਫ ਇੱਕੋ ਹੀ ਯੂਨਿਟ ਯੂਜ਼ ਕਰਦੇ ਆ। ਸਪੋਜ਼ ਕਰੋ ਆਪਾਂ ਕੀ ਲੈ ਲਈਏ, ਇੱਕ ਵੇਟ ਇੱਕ ਯੂਨਿਟ ਹੈ, ਠੀਕ ਹੈ। ਆਪਾਂ ਕੀ ਕਰਨਾ, ਇਸ ਕਿਸੇ ਕੁਆਂਟੀਟੀ ਨੂੰ ਮੈਜਰ ਕਰਨਾ। ਕੁਆਂਟੀਟੀ ਦਾ ਮਤਲਬ ਹੈ ਕਿ ਆਪਾਂ ਨੂੰ ਕੋਈ ਅਨਨੋਨ ਮਾਸ ਹੈ ਜਿਸ ਦੀ ਆਪਾਂ ਨੂੰ ਵੈਲਿਊ ਨਹੀਂ ਪਤਾ। ਜਦੋਂ ਆਪਾਂ ਉਸ ਨੂੰ ਮੈਜਰ ਕਰਾਂਗੇ ਤਾਂ ਉਸ ਦੀ ਜਿਹੜਾ ਵੇਟ ਹੈ ਉਸ ਦੇ ਵੀ ਯੂਨਿਟਸ kg ਹੀ ਹੋਣਗੇ, ਠੀਕ ਹੈ। ਇੱਕ ਸਾਈਡ ਦੇ ਉੱਤੇ ਆਪਾਂ ਵੇਟ ਰੱਖਾਂਗੇ kg, ਠੀਕ ਹੈ। ਦੂਸਰੀ ਸਾਈਡ ਦੇ ਉੱਤੇ ਵੀ ਆਪਾਂ ਉਸ ਨੂੰ ਮੈਜਰ ਕਰਾਂਗੇ, ਠੀਕ ਹੈ, ਕਿ ਕਿੰਨਾ ਉਸ ਦਾ ਵੇਟ ਹੈ। ਇਸ ਕਰਕੇ ਉਸ ਦੇ ਜਿਹੜੇ ਯੂਨਿਟਸ ਹੁੰਦੇ ਆ ਉਹ ਸੇਮ ਰਹਿੰਦੇ ਆ, ਜਿਸ ਤਰ੍ਹਾਂ ਆਪਣਾ ਉਹ ਸਟੈਂਡਰਡ ਆਪਾਂ ਯੂਜ਼ ਕੀਤਾ ਹੁੰਦਾ। ਸਟੈਂਡਰਡ ਦਾ ਮਤਲਬ ਇਹ ਹੈ ਜਿਸ ਤਰ੍ਹਾਂ ਕਿ 1 kg ਵੇਟ ਹੈ, 2 kg ਵੇਟ ਹੈ, ਠੀਕ ਹੈ। ਆਪਾਂ ਕੋ ਜਿਹੜੀ ਤਰਾਜੂ ਹੁੰਦੀ ਆ ਉਸ ਦੇ ਵਿੱਚ ਆਪਾਂ ਵੇਟਸ ਯੂਜ਼ ਕਰਦੇ ਹਾਂ ਟੂ ਮੈਜਰ ਅ ਕੁਆਂਟੀਟੀ। ਉਹ ਜਿਹੜੀ ਕੁਆਂਟੀਟੀ ਹੁਣ 1 kg ਹੈ, 1 kg ਕੀ ਹੈਗਾ, ਇੱਕ ਸਟੈਂਡਰਡ। 2 kg ਦਾ ਜਿਹੜਾ ਬ੍ਰਿਕ ਹੈ ਉਹ ਵੀ ਕੀ ਹੈਗਾ ਆ, ਸੇਮ ਚੀਜ਼, ਠੀਕ ਹੈ, ਉਹ ਸਟੈਂਡਰਡ ਹੈ। ਜਦੋਂ ਆਪਾਂ ਆਪਣੀ ਕੁਆਂਟੀਟੀ ਰੱਖਣੀ ਆਪਾਂ ਉਸ ਨੂੰ ਉਸ ਦੇ ਹਿਸਾਬ ਦੇ ਨਾਲ ਮੈਜਰ ਕਰ ਲੈਣਾ, ਠੀਕ ਹੈ। ਉਹ ਕਿੰਨੇ ਉਸ ਦਾ ਵੇਟ ਬਣਦਾ। ਉਹ ਜਿਹੜੀ ਅਨਨੋਨ ਕੁਆਂਟੀਟੀ ਆ ਉਸ ਨੂੰ ਆਪਾਂ ਕੀ ਕਹਿੰਦੇ ਆ, ਮੈਜਰੈਂਟ। ਉਸ ਨੂੰ ਆਪਾਂ ਮੈਜਰੈਂਟ ਵੀ ਬੋਲਦੇ ਆ, ਜਿਸ ਨੂੰ ਆਪਾਂ ਕੀ ਕਰਨਾ ਆ, ਮੈਜਰ। ਸੋ ਵਟ ਇਜ਼ ਅ ਇੰਸਟਰੂਮੈਂਟ? ਹੁਣ ਇੰਸਟਰੂਮੈਂਟ ਕੀ ਆ? ਇੰਸਟਰੂਮੈਂਟ ਇੱਕ ਡਿਵਾਈਸ ਆ ਜਿਸ ਦੀ ਹੈਲਪ ਦੇ ਨਾਲ ਆਪਾਂ ਉਸ ਕੁਆਂਟੀਟੀ ਨੂੰ ਕੀ ਕਰਦੇ ਆ, ਮੈਜਰ ਕਰਦੇ ਆ, ਠੀਕ ਹੈ। So instrument is a device or a mechanism used to determine the present value of the quantity under measurement. So measurement क्या बन गया फिर? The process of determining the amount, degree or capacity by comparison with the accepted standards of a system units being used. ਹੁਣੇ ਮੈਂ ਦੱਸਿਆ ਸੀ ਨਾ ਸਟੈਂਡਰਡਸ ਦਾ ਮਤਲਬ ਕੀ ਹੈ, ਇੱਕ ਫਿਕਸਡ ਹੈ। जो हम 1 kg है यानी वो 1 kg फिक्सड ही रहेगा कि 1 kg है तो 1 kg ही होएगा। आज इतने 1 kg है तो दूसरी स्टेट्स चले गया, तीसरी स्टेट्स, यानी वो एक स्टैंडर्ड बना दिता कि ये इन्ना इसकी अमाउंट इन्नी ही रहेगी। वो की हैगा अपना एक स्टैंडर्ड है। आपा की कर तो मेजरमेंट्स क्या बन गया, द प्रोसेस ऑफ डिटरमाइनिंग द अमाउंट, डिग्री और कैपेसिटी बाय कंपैरिजन विद accepted standards of system units being measured। ਇਸ ਦਾ ਮਤਲਬ ਕੀ ਆ ਕਿ ਜਿਹੜਾ ਮੈਜਰਮੈਂਟ ਕੀ ਬਣ ਗਿਆ ਹੈਗਾ, ਇੱਕ ਇਸ ਤਰ੍ਹਾਂ ਦਾ ਪ੍ਰੋਸੈਸ ਆ ਜਿਸ ਦੀ ਹੈਲਪ ਦੇ ਨਾਲ ਕੀ ਕਰ ਸਕਦੇ ਆ, ਆਪਾਂ ਅਨਨੋਨ ਵੈਲਿਊ ਨੂੰ ਫਾਈਂਡ ਕਰ ਸਕਦੇ ਆ ਬਾਈ ਦੀ ਕੰਪੈਰੀਜ਼ਨ ਵਿਦ ਦਾ ਸਟੈਂਡਰਡਸ ਹੁਣੇ ਦੱਸਿਆ ਸੀ, ਜਿਸ ਤਰ੍ਹਾਂ ਕਿ 1 kg weight ਹੈ, ਠੀਕ ਹੈ। ਉਹ ਕੀ ਹੈਗਾ, ਆਪਣਾ ਇੱਕ
स्टैंडर्ड, यानी वो अमाउंट फिक्सड रहेगी ओवरऑल द वर्ल्ड। ठीक है। ਨੈਕਸਟ ਕੀ ਹੈਗਾ ਮੈਜਰੈਂਟ। ਮੈਜਰੈਂਟ ਹੁਣੇ ਦੱਸਿਆ ਹੈ, ਜਿਹੜੀ ਆਪਾਂ ਕੁਆਂਟਿਟੀ ਨੂੰ ਮੈਜਰ ਕਰਨਾ ਉਸ ਨੂੰ ਕੀ ਕਹਾਂਗੇ ਆਪਾਂ, ਮੈਜਰੈਂਟਸ। ਨਾਓ ਦੇਅਰ ਆਰ ਟੂ ਮੈਥਡਸ ਆਫ ਮੈਜਰਮੈਂਟ। ਹੁਣ ਇਸ ਦੇ ਦੋ ਵੇ ਆ। ਠੀਕ ਹੈ। ਫਸਟ ਵਨ ਇਜ਼ ਆ ਡਾਇਰੈਕਟ, ਸੈਕਿੰਡ ਵਨ ਇਜ਼ ਆ ਇਨਡਾਇਰੈਕਟ। ਡਾਇਰੈਕਟ ਮੈਥਡ ਦੇ ਵਿੱਚ ਕੀ ਕਰਦੇ ਹਾਂ ਆਪਾਂ, ਵੀ ਡਾਇਰੈਕਟਲੀ ਕੰਪੇਅਰ ਕਰਦੇ ਹਾਂ ਆਪਣੀ ਕੁਆਂਟਿਟੀ ਨੂੰ ਵਿਦ ਦਾ ਸਟੈਂਡਰਡਸ। ਜਿਸ ਤਰ੍ਹਾਂ ਹੁਣੇ ਦੱਸਿਆ ਤਰਾਜੂ ਹੈ, ਤਰਾਜੂ ਦੇ ਇੱਕ ਸਾਈਡ 'ਤੇ ਵੇਟ ਰੱਖਾਂਗੇ, ਠੀਕ ਹੈ, ਉਸ ਦੇ ਅਨਨੋਨ ਵੈਲਿਊ ਨਾਲ ਰੱਖਾਂਗੇ, ਠੀਕ ਹੈ, ਦੋਨਾਂ ਨੂੰ ਕੰਪੇਅਰ ਕਰਾਂਗੇ ਅਤੇ ਕੈਲਕੂਲੇਟ ਕਰਾਂਗੇ। ਇਹਦਾ ਮਤਲਬ ਉਹਨਾਂ ਦੋਨਾਂ ਦੇ ਯੂਨਿਟਸ ਕੀ ਰਹਿਣਗੇ, ਸੇਮ। ਠੀਕ ਹੈ, ਉਹਨਾਂ ਦੇ ਯੂਨਿਟਸ ਕੀ ਰਹਿਣਗੇ, ਸੇਮ ਰਹਿਣਗੇ। ਇਹਦਾ ਮਤਲਬ ਉਹ ਕੀ ਬਣ ਗਿਆ, ਉਹਨਾਂ ਦਾ ਡਾਇਰੈਕਟ ਮੈਥਡ ਬਣ ਗਿਆ, ਡਾਇਰੈਕਟ ਰਿਲੇਸ਼ਨ ਹੋ ਗਿਆ। ਠੀਕ ਹੈ। ਹੁਣ ਨੈਕਸਟ ਕੀ ਹੈਗਾ, ਇਨਡਾਇਰੈਕਟ ਮੈਥਡ। ਹੁਣ ਇਨਡਾਇਰੈਕਟ ਮੈਥਡ ਦਾ ਕਿਆ ਮਤਲਬ ਹੈ, ਇਸ ਦੇ ਵਿੱਚ ਆਪਾਂ ਨੂੰ ਜਿਹੜੀ ਵੈਲਿਊ ਹੈ, ਠੀਕ ਹੈ, ਆਪਾਂ ਨੂੰ ਉਹਦੇ ਐਗਜ਼ੈਕਟ ਉਹਨੂੰ ਫਾਈਂਡ ਕਰਨ ਦਾ ਡਾਇਰੈਕਟ ਮੈਥਡ ਨਹੀਂ ਹੈਗਾ ਆਪਣੇ ਕੋਲ, ਉਹਦੇ ਲਈ ਕੋਈ ਡਾਇਰੈਕਟ ਮੈਥਡ ਪੋਸੀਬਲ ਹੀ ਨਹੀਂ ਹੈ। ਫੋਰ ਐਗਜ਼ਾਮਪਲ ਲੈ ਲਈਏ ਆਪਾਂ, ਜਿਵੇਂ ਕਿ ਸਪੀਡ, ਵੀ ਹੈਵ ਟੂ ਕੈਲਕੂਲੇਟ ਦਾ ਸਪੀਡ, ਬਟ ਆਪਾਂ ਨੂੰ ਕੀ ਪਤਾ ਹੈ, ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਸੋ ਇਹਦਾ ਮਤਲਬ ਆਪਾਂ ਨੂੰ ਕੀ ਪਤਾ, ਉਹਨਾਂ ਦੇ ਵਿਚਕਾਰ ਰਿਲੇਸ਼ਨ ਪਤਾ ਹੈ। ਠੀਕ ਹੈ। ਜਿਸ ਤਰ੍ਹਾਂ ਕਿ ਡਿਸਟੈਂਸ ਹੈ, ਦੂਸਰਾ ਕੀ ਹੈਗਾ ਆਪਣੇ ਕੋਲ, ਟਾਈਮ। ਇਸ ਦਾ ਮਤਲਬ ਕਿ ਆਪਾਂ ਡਿਸਟੈਂਸ ਮੈਜਰ ਕਰਦੇ ਵਿਦ ਦਾ ਹੈਲਪ ਆਫ ਸਕੇਲਸ। ਠੀਕ ਹੈ। ਟਾਈਮ ਮੈਜਰ ਕਰ ਸਕਦੇ ਹਾਂ ਆਪਾਂ। ठीक है। उसी तरह जिस तरह ये दोनों क्वांटिटीज़ आपको आ जाएगी, then we will able to calculate the value of speed by indirect way। ठीक है। ਇਹਦਾ ਮਤਲਬ ਆਪਾਂ ਨੂੰ ਕੀ ਪਤਾ ਸੀ, ਉਹਨਾਂ ਦੇ ਵਿਚਕਾਰ ਰਿਲੇਸ਼ਨ ਪਤਾ ਸੀ, ਜਿਸ ਦੀ ਹੈਲਪ ਦੇ ਨਾਲ ਆਪਾਂ ਕੀ ਫਾਈਂਡ ਆਊਟ ਕਰ ਲਈ, ਸਪੀਡ। that is speed is equal to distance upon time। next क्या है, static characteristics of an instrument। so static characteristics ਜਿਹੜੇ instruments they are accuracy, precision, repeatability, reproducibility, tolerance, range or span, linearity, sensitivity, threshold, resolution, hysteresis effects, dead space। ठीक है। they are static characteristics of an instrument, ਜਿਸ ਦੇ ਬਾਰੇ ਆਪਾਂ ਫਰਦਰ ਸਟੱਡੀ ਕਰਾਂਗੇ। ਸੋ ਫਸਟ ਵਨ ਕੀ ਸੀਗਾ ਆਪਣਾ, ਐਕੂਰੇਸੀ। ਠੀਕ ਹੈ। ਐਕੂਰੇਸੀ ਦਾ ਕਿਆ ਮਤਲਬ ਹੈ, ਦ ਡਿਗਰੀ ਆਫ ਐਗਜ਼ੈਕਟਨੈਸ ਆਫ ਆ ਮੈਜਰਮੈਂਟ ਕੰਪੇਅਰ ਟੂ ਐਕਸਪੈਕਟਡ ਵੈਲਿਊ। ਇਹਦਾ ਮਤਲਬ ਕੀ ਹੈਗਾ, ਆਪਾਂ ਨੂੰ ਕੋਈ ਕੁਆਂਟਿਟੀ ਸੀ ਜਿਸ ਦੀ ਆਪਾਂ ਨੂੰ ਵੈਲਿਊ ਪਤਾ ਸੀ, ਜਦੋਂ ਆਪਾਂ ਉਸ ਨੂੰ ਮੈਜਰ ਕੀਤਾ ਤਾਂ ਆਪਾਂ ਦੇਖਣਾ ਕਿ ਉਹ ਕਿੰਨਾ ਆਪਣਾ ਇੰਸਟਰੂਮੈਂਟ ਉਸ ਵੈਲਿਊ ਦੇ ਕਲੋਜ਼ ਆ ਗਿਆ ਜਦੋਂ ਆਪਾਂ ਉਸ ਨੂੰ ਮੈਜਰ ਕੀਤਾ। ਇਹਦਾ ਮਤਲਬ ਜਿਹੜੀ ਕਿੰਨੀ ਕਲੋਜ਼ ਵੈਲਿਊ ਆਪਣੇ ਇੰਸਟਰੂਮੈਂਟ ਨੇ ਮੈਜਰ ਕੀਤੀ। ਠੀਕ ਹੈ। ਦੈਟ ਇਜ਼ ਦਾ ਐਕੂਰੇਸੀ। ਸੋ ਇਸੇ ਕਰਕੇ ਲਿਖਿਆ ਹੋਇਆ ਦ ਡਿਗਰੀ ਆਫ ਐਗਜ਼ੈਕਟਨੈਸ, ਮਤਲਬ ਕਿ ਕਿੰਨਾ ਉਹ ਕਲੋਜ਼ ਆ ਗਿਆ। ਦ ਐਕੂਰੇਸੀ ਆਫ ਐਨ ਇੰਸਟਰੂਮੈਂਟ ਇਜ਼ measured of how close the output reading of an instrument is to the correct value। ਠੀਕ ਹੈ। ਕਿ ਕਿੰਨਾ ਉਸ ਕਰੈਕਟ ਵੈਲਿਊ ਦੇ ਉਹ ਕਰੀਬ ਉਸ ਨੂੰ ਮੈਜਰ ਕਰ ਪਾਇਆ, ਉਸ ਨੂੰ ਕੀ ਕਹਿੰਦੇ ਆਪਾਂ, ਉਸ ਦੀ ਐਕੂਰੇਸੀ। ਸੋ ਨੈਕਸਟ ਕੀ ਹੈਗਾ ਆ, ਪ੍ਰੈਸੀਜ਼ਨ। ਪ੍ਰੈਸੀਜ਼ਨ ਦਾ ਕਿਆ ਮਤਲਬ ਹੈ, ਇਹ ਥੋੜ੍ਹਾ ਜਿਹਾ ਉਸ ਤੋਂ ਅਲੱਗ ਹੁੰਦਾ। ਇਸ ਦੇ ਮਤਲਬ ਕੀ ਆ ਕਿ ਆਪਾਂ ਉਸ ਦੇ ਵਿੱਚ ਰੈਂਡਮਲੀ ਨੰਬਰ ਆਫ ਟਾਈਮਸ ਮੈਜਰਮੈਂਟਸ ਕਰਨੀਆਂ। ਠੀਕ ਹੈ। ਆਪਾਂ ਰੈਂਡਮਲੀ ਉਸ ਦੇ ਵਿੱਚ ਕੀ ਕਰਨੀ ਆ, number of times measurements have। so precision is the term that describes an instrument's degree of freedom from random errors। ਆਪਾਂ ਕੀ ਕੀਤਾ, ਇਸ ਦਾ ਮਤਲਬ ਕਿ ਕਿੰਨੀ ਵਾਰ ਆਪਾਂ ਉਸ ਤੇ ਡਿਗਰੀ ਆਫ ਫਰੀडम, ਮਤਲਬ ਆਪਾਂ ਨੂੰ ਉਸ ਨੂੰ ਫਰੀडम ਦਿੱਤੀ ਫਰੋਮ ਅ ਰੈਂਡਮ ਐਰਰਸ, ਕਿ ਇੰਨੀਆਂ ਕੋ ਕਰ ਸਕਦਾ। ਇਸ ਦਾ ਮਤਲਬ ਕਿ ਥੋੜ੍ਹੀਆਂ ਜਿਹੀਆਂ ਐਰਰਸ ਉਸ ਦੇ ਵਿੱਚ ਪ੍ਰੋਡਿਊਸ ਉਹ ਕਰ ਸਕਦਾ। ਇਹਦਾ ਮਤਲਬ ਉਸ ਨੂੰ ਇੰਨੀ ਕੁ ਅਲਾਊਡ ਆ। ਠੀਕ ਹੈ। ਕਿ ਇੰਨੇ ਕੁ ਉੱਪਰ ਥੱਲੇ ਵੈਲਿਊ ਕਰ ਸਕਦਾ, ਬਟ ਉਸ ਤੋਂ ਜੇ ਜ਼ਿਆਦਾ ਹੋ ਜਾਵੇ ਇਹਦਾ ਮਤਲਬ ਉਹ ਪ੍ਰੀਸਾਈਜ਼ ਨਹੀਂ ਹੈਗਾ। ਠੀਕ ਹੈ। ਉਹਦੀ ਪ੍ਰੈਸੀਜ਼ਨ ਦੀ ਵੈਲਿਊ ਫਿਰ ਉਹ ਘੱਟ ਹੋਏਗੀ। ਇਫ ਅ ਲਾਰਜ ਨੰਬਰ ਆਫ ਰੀਡਿੰਗਸ ਆਰ ਟੇਕਨ ਫਰੋਮ ਦ ਸੇਮ ਕੁਆਂਟਿਟੀ ਬਾਏ ਅ ਹਾਈ ਪ੍ਰੈਸੀਜ਼ਨ ਇੰਸਟਰੂਮੈਂਟ। ਜੇਕਰ ਆਪਾਂ ਨੰਬਰ ਆਫ, ਇਹਦਾ ਮਤਲਬ ਲਾਰਜ ਨੰਬਰ ਆਫ ਰੀਡਿੰਗਸ ਆਪਾਂ ਉਸ ਦੇ ਵਿੱਚ ਲਈਆਂ ਇੱਕ ਸੇਮ ਕੁਆਂਟਿਟੀ ਦੀ, ਠੀਕ ਹੈ, ਤਾਂ ਉਹਦੀ ਪ੍ਰੈਸੀਜ਼ਨ ਹਾਈ ਹੋਊਗੀ। ਅਗਰ ਉਹਦੇ ਵਿਚਕਾਰ ਜੋ ਵੇਰੀਏਸ਼ਨ ਹੈ, ਤਾਂ ਸਪਰੈਡ ਆਫ ਰੀਡਿੰਗਸ, ਇਹਦਾ ਮਤਲਬ ਜਿਹੜਾ ਉਹ ਵੇਰੀਏਸ਼ਨ ਹੈ ਉਹ ਕੀ ਹੈਗਾ ਹੈ, ਸਮਾਲ ਹੈ। ਠੀਕ ਹੈ। ਇਹਦਾ ਮਤਲਬ ਕੀ ਆ, ਉਹ ਜਿਹੜੀਆਂ ਰੀਡਿੰਗਸ ਆ ਉਹ ਸਾਰੀਆਂ ਹੀ
क्लोज आणगियां, ठीक है। वो सारिया रीडिंग्स की आणगियां क्लोज, उन्होंने विचकार ज़्यादा डिफरेंस नहीं होना चाहिए। अगर वो ज़्यादा डिफरेंस आ जाता है, यदा मतलब जोड़ा अपना इंस्ट्रूमेंट है उसकी प्रसीजन की वैल्यू लो है, यदा मतलब वो सही नहीं है, ठीक है। नैक्सट की है रिपीटेबिलिटी। रिपीटेबिलिटी का मतलब की है कि आपां की करना, आपां अपने इंस्ट्रूमेंट के उत्ते बार बार मैजरमेंट करनी अंडर अ सेम कंडीशन, ठीक है। बस यही इसके डिफरेंस है। इसके जड़ियाँ इन्वायरमेंटल कंडीशनस आ वो सारियां की रहनगियां सेम। सो चलो आप रीड करते हैं। रिपीटेबिलिटी डिस्क्राइब्स द क्लोजनेस ऑफ आउटपुट रीडिंग्स व्हेन द सेम इनपुट इज़ अप्लाइड रैपीटेटिवली। ਇਹਦਾ मतलब कि ਆਪਾਂ एक क्वांटिटी ਲਈ जिसनों आप उस सेम क्वांटिटी ਨੂੰ बार-बार मैजर किया ओवर अ शॉर्ट पीरियड ऑफ टाइम विद द सेम मेजरमेंट कंडीशंस, सेम इंस्ट्रूमेंट एंड ऑब्जर्वर, सेम लोकेशन एंड सेम कंडीशंस ऑफ यूज मेनटेन्ड थ्रू आउट। ਇਹਦਾ मतलब ਕੀ ਹੈ कि ਜਿਹੜੀਆਂ कंडीशंस ਰਹਿਣਗੀਆਂ ਉਹ सेम ਰਹਿਣਗੀਆਂ, ठीक है। उस प्रोसैस ਨੂੰ ਕੀ ਕਹਿੰਦੇ ਆਪਾਂ रिपीटेबिलिटी। सो नैक्सट क्या है रीप्रोड्यूसिबिलिटी। इस दे विच की हुंदा कि आपां उसदे विच चेंजिस लिआंदे आ इन्ना कंडीशनस, ठीक है। जिहड़ियां कंडीशनस है उस दे विच की लैके आंदे आपां चेंजिस। सो यही इस दे विच डिफरेंस हुंदा रिपीटेबिलिटी रिप्रोड्यूसिबिलिटी। मैक्सीमम स्टूडेंट कन्फ्यूज हो जाते हैं। सो कन्फ्यूज नहीं होना हैगा, याद रखना कि जिहड़ा रीप्रोड्यूसिबिलिटी आ उस दे विच आपां कंडीशनस नूं की करना आ चेंज करना। सो लिसन, चलो आप आगे रीड करते हैं। रिप्रोड्यूसिबिलिटी डिस्क्राइब्स द क्लोजनेस ऑफ आउटपुट रीडिंग्स फॉर द सेम इनपुट व्हेन देयर आर चेंजेस इन द मेथड ऑफ मेजरमेंट, ऑब्जर्वर, मेजरिंग इंस्ट्रूमेंट, लोकेशन, कंडीशंस ऑफ यूज एंड टाइम ऑफ मेजरमेंट। इसका मतलब कि आप उसदियाँ कंडीशंस जिहड़ियां वो चेंज कर दी हैं, ठीक है। इंस्ट्रूमेंट भी आप चेंज कर सकते हैं, ठीक है। मेजरिंग इंस्ट्रूमेंट भी आप चेंज कर सकते हैं। जिस तरह की वेइंग मशीन है, ठीक है, वेट मेजर करने वाली मशीन है, आप कोई होर वेट कर मशीन यूज़ कर सकते हैं सेम टाइप की, ठीक है। हुण की ऑब्जर्वर भी चेंज कर सकते हैं वन साइड तो अनदर साइड तो, इस तरह एक डायरैक्शन तो सैकेंड डायरैक्शन तो। इसका मतलब आप की कर रहे हैं उसदियाँ कंडीशनस नूं चेंज करिए। नैक्सट क्या है टॉलरेंस। टॉलरेंस का मतलब की है कि कितनी मैक्सिमम एरर एक्सेप्टेबल आ, ठीक है। हम देखो टॉलरेंस इज़ अ टर्म दैट इज़ अ क्लोजली रिलेटेड टू द एक्यूरेसी एंड डिफाइंस द मैक्सिमम एरर दैट इज़ एक्सपैक्टेड इन सम वैल्यू। ਇਹਦਾ मतलब कोई वैल्यू है उसके एक्सपैक्टेड है कि थोड़ी बहुत ही एरर हो सकती है, ठीक है। ਇਹਦਾ मतलब कि मैक्सिमम किन्नी एरर अपने कोल आ सकती है दैट इज़ एक्सपैक्टेड इन अ मेजरमेंट, ठीक है। उसनों की कहते हैं आप उसकी टॉलरेंस। एक कुछ ज़्यादा भी हो सकती थोड़ी वैल्यू, थोड़ी घट भी हो सकती है। इसका मतलब उसदे विच जो आप मेजरिंग करांगे उसदे विच कुछ ना कुछ थोड़ी बहुत चेंजिस आ सकती है जो आप किसी क्वांटिटी नूं मेजर करांगे। उसका वेट थोड़ा जिहा अप भी हो सकता, थोड़ा जिहा डाउन भी हो सकता, ठीक है। उसकी जिहड़ा मैक्सीमम एरर उहदी अप हुंदी है, ठीक है, कि किन्नी क मैक्सीमम एरर उस इंस्ट्रूमेंट अप दिखा सकता, ठीक है, किन्नी मिनीमम लो दिखा सकता वैल्यू, ठीक है, किन्नी घट दिखा सकता उस एग्जैक्ट वैल्यू तो, उसनों की कहते हैं आप उसकी टॉलरेंस। नैक्सट क्या है रेंज। द रेंज और स्पैन, इनू स्पैन भी कहते हैं। रेंज और स्पैन ऑफ एन इंस्ट्रूमेंट डिफाइंस द मिनिमम एंड मैक्सिमम वैल्यू ऑफ क्वांटिटी दैट इंस्ट्रूमेंट इज़ डिजाइन टू मैजर। ਇਹਦਾ मतलब ਜਿਹੜਾ अपना इंस्ट्रूमेंट है वो किन्नी मैक्सिमम वैल्यू मैजर कर सकता है, किन्नी मिनिमम वैल्यू मैजर कर सकता, उसकी की बन जाती है रेंज। वो की बन जाती है उसकी रेंज। सो नैक्सट क्या है लीनियरिटी। लीनियरिटी का मतलब की है कि ਜਿਹੜੀ अपनी इनपुट है वो की है डायरैक्टली प्रोपोर्शनल टू द आउटपुट। ਇਹਦਾ मतलब जिमें जिमें इनपुट ਆਪਾਂ इनक्रीज़ करांगे ਜਿਹੜੀ आउटपुट है वो भी उसके नाल चेंज होएगी। ਜਿਹੜਾ ਉਹਨਾਂ ਦੇ ਵਿਚਕਾਰ ग्राफ होएगा लीनियर होएगा। लीनियर एक स्ट्रेट लाइन की तरह ਹੁੰਦਾ है, ठीक है। उसनों की कहते ਆਪਾਂ लीनियर ग्राफ्स। नेक्स्ट इज सेंसिटिविटी। सेंसिटिविटी की है
The sensitivity of measurement is a measure of the change in instrument output that occurs when the quantity being measured changes by a given amount. Thus, sensitivity is the ratio of scale deflection over value of measurement producing डिफਲैक्शन। इसका मतलब क्या ਹੁੰਦਾ ਹੈਗਾ कि किन्ना अपना ਜਿਹੜਾ ਇਨਸਟਰੂਮੈਂਟ ਆ ਉਹ ਸੈਂਸਿਟਿਵ ਹੈ। ਇਹਦਾ ਮਤਲਬ ਜਦੋਂ ਆਪਾਂ ਕੋਈ ਇਨਪੁਟ ਉਸਦੇ ਵਿੱਚ ਇੰਸਟਰੂਮੈਂਟ ਦੇ ਉੱਤੇ ਰੱਖੀ ਦੈਨ ਆਪਣੇ ਜਿਹੜੇ ਆਊਟਪੁੱਟ ਕਿੰਨੀ ਆਪਾਂ ਨੂੰ ਆਊਟਪੁੱਟ ਨਜ਼ਰ ਆਈ ਕਿ ਕਿੰਨਾ ਉਸਨੇ ਉੱਤੇ ਚੇਂਜ ਹੋਈ, ਠੀਕ ਹੈ, ਕਿੰਨਾ ਉਸ ਦੇ ਵਿੱਚ ਚੇਂਜ ਆਇਆ ਆਪਣੇ ਇੰਸਟਰੂਮੈਂਟ ਦੇ ਵਿੱਚ ਜਦੋਂ ਆਪਾਂ ਕੀ ਕੀਤਾ, ਇਨਪੁੱਟ ਕੀਤਾ, ਠੀਕ ਹੈ। ਇਹਦਾ ਮਤਲਬ ਜਿਹੜੀ ਕੁਆਂਟਿਟੀ ਆਪਾਂ ਮੈਜਰ ਕਰਨੀ ਆ, ਜਦੋਂ ਹੀ ਆਪਾਂ ਉਸ ਦੇ ਵਿੱਚ ਆਪਾਂ ਉਸ ਮੈਜਰਡ ਕੁਆਂਟਿਟੀ ਜਿਹੜੀ ਆਪਾਂ ਮੈਜਰ ਕਰਨੀ ਹੈ ਉਸ ਕੁਆਂਟਿਟੀ ਨੂੰ ਆਪਾਂ ਰੱਖਾਂਗੇ, ਠੀਕ ਹੈ। ਉਸ 'ਤੇ ਜਿਹੜਾ ਇੰਸਟਰੂਮੈਂਟ ਆ ਉਹ ਕੀ ਪ੍ਰੋਡਿਊਸ ਕਰੇਗਾ, ਕੁਛ ਡਿਫਲੈਕਸ਼ਨ ਪ੍ਰੋਡਿਊਸ ਕਰੇਗਾ। ਜਿਹੜੀ ਉਹ ਚੇਂਜ ਜਿਹੜੀ ਉਹ ਡਿਫਲੈਕਸ਼ਨ ਆਏਗੀ ਅਪੋਨ ਉਸ ਦੀ ਜਦੋਂ ਆਪਾਂ ਉਸ ਮੈਜਰੈਂਟ ਜਿਹੜੀ ਆਪਣਾ ਮੈਜਰੈਂਟ ਹੈ ਉਸ ਦੀ ਵੈਲਿਊ दैट प्रोड्यूसिंग दी डिफ्लेक्शन। जी नेक्स्ट क्या है, थ्रेशोल्ड। इफ द इनपुट टू एन इंस्ट्रूमेंट इज ग्रेजुअली इंक्रीज्ड फ्रॉम जीरो, द इनपुट विल हैव टू ईच a certain minimum level before the change in the instrument output reading is of large enough magnitude to be detectable. This minimum level of input is known as threshold of the इंस्ट्रूमेंट। इसका क्या मीनिंग है कि मिनिमम वैल्यू रिक्वायर्ड टू शो द डिफ्लैक्शन ऑन द इंस्ट्रूमेंट, ठीक है। वो जी मिनिमम वैल्यू है वो तो चाहिए है, अगर उस मिनिमम लैवल तक नहीं आवांगे तो अपने कोल कोई भी रीडिंग नहीं आएगी। और जी मिनिमम लैवल ऑफ इनपुट दैट इज़ रिक्वायर्ड, जी कि बहुत ही ज़्यादा जरूरी है, रिक्वायर्ड कि जो कि अपना इंस्ट्रूमेंट क्या शो कर सके, डिफ्लैक्शन शो कर सके, ठीक है। उसनों की कहते आपां थ्रैशहोल्ड। नेक्स्ट क्या है, रेजोल्यूशन। व्हेन एन इंस्ट्रूमेंट इज शोइंग अ पर्टिकुलर आउटपुट रीडिंग, देयर इज अ लोअर लिमिट ऑन द मैग्नीट्यूड ऑफ द चेंज इन द इनपुट मेजरेंट क्वांटिटी that produces an observable change in the instrument output. Like threshold, resolution is sometimes specified as an absolute value. One of the major factor influencing the resolution of an instrument is how finally its output scale is divided into subdivisions. बस इनू ਆਪਾਂ एकदम सेम ही लवांगे एज अ थ्रैशहोल्ड। बस फर्क की हैगा कि ये एक तो दूसरे डिवीजन तक भी है सारे स्केल दे विच, ठीक है। जिस तरह की कि ਆਪਾਂ ਨੂੰ ਕੀ ਚਾਹੀਦੀ ਆ, ਲੋਅਰ ਲਿਮਿਟ ਚਾਹੀਦੀ ਹੈ ਕਿਸ ਦੀ, ਉਸ ਦੀ ਕੁਆਂਟਿਟੀ ਦੀ ਮੈਗਨੀਟਿਊਡ ਦੀ, ਠੀਕ ਹੈ। ਜਿਸ ਦੇ ਨਾਲ ਜਦੋਂ ਆਪਾਂ ਉਹਨੂੰ ਇਨਪੁੱਟ ਕਰਾਂਗੇ ਤੇ ਉਹ ਆਪਣੇ ਕੋਲ ਕਿਆ ਸ਼ੋ ਕਰੇ, ਡਿਫਲੈਕਸ਼ਨ, ਠੀਕ ਹੈ। ਸਪੋਜ਼ ਕਰੋ ਫਸਟ ਡਿਫਲੈਕਸ਼ਨ, ਨੈਕਸਟ ਸੈਕਿੰਡ, ਨੈਕਸਟ ਥਰਡ, ਦੈਟ ਇਜ਼ ਅ ਰੈਜ਼ੋਲੂਸ਼ਨ। ਉਹ ਜਿਹੜਾ ਬਣ ਗਿਆ ਉਹਨਾਂ ਦੇ ਵਿੱਚ ਇੱਕ ਯੂਨਿਟ, ਸੈਕਿੰਡ ਯੂਨਿਟ, ਥਰਡ ਯੂਨਿਟ, ਉਹ ਸਾਰੇ ਨੂੰ ਕੀ ਕਹਿੰਦੇ ਆਪਾਂ, ਰੈਜ਼ੋਲੂਸ਼ਨ। ਉਸ ਸਾਰੇ ਨੂੰ ਕੀ ਕਹਿੰਦੇ ਆ, ਰੈਜ਼ੋਲੂਸ਼ਨ, ਠੀਕ ਹੈ। ਯਾਨੀ ਕਿ ਇੱਕ ਪੂਰਾ ਸਕੇਲ ਬਣ ਜਾਂਦਾ। ਜਿਸ ਤਰ੍ਹਾਂ ਕਿ ਆਪਣੇ ਕੋਲ ਮਲਟੀਮੀਟਰ ਹੁੰਦਾ ਨਾ, ਉਸ ਦੇ ਵਿੱਚ ਲਾਈਨਸ ਲੱਗੀਆਂ ਹੁੰਦੀਆਂ ਸਮਾਲ ਯੂਨਿਟਸ ਦੀਆਂ, ਠੀਕ ਹੈ। ਫਿਰ ਬੜੀ ਹੋ ਜਾਂਦੀ, ਉਹ ਜਿਹੜੀ ਸਮਾਲ ਯੂਨਿਟ ਹੈ ਉਹ ਸਾਰੇ ਕੀ ਹੈ, ਰੈਜ਼ੋਲੂਸ਼ਨ। ਨੈਕਸਟ क्या है, हिस्टेरेसिस। ये हिस्टेरेसिस एक इफेक्ट है, ठीक है। इसनों समझने लिए पहला इसकी डायग्राम देखनी। दिस इज द इसके characteristics, this is instrument characteristics with hysteresis. This mainly occurs in instruments which uses ring springs, ठीक है। जिन्हां दे विच ज़्यादातर springs ਹੁੰਦੇ ਆ, ਉਹਨਾਂ ਦੇ ਵਿੱਚ ਇਹ मेनली occurs ਕਰਦੀ ਆ, ठीक है। So here देखो in figure 1.5 illustrates the output characteristics of an instrument that exhibits hysteresis. If the input measured quantity to the instrument is steadily increased from a negative value, the output reading varies in the manner shown in a curve, ठीक है। ਹੁਣ ਆਪਾਂ ਕੀ ਕਰ ਰਹੇ ਹਾਂ, ਆਪਾਂ ਇੱਧਰ ਮੈਜਰੈਂਟ ਦੀ ਵੈਲਿਊ ਇਨਕਰੀਜ਼ ਕਰ ਰਹੇ ਹਾਂ ਇਨ ਸ਼ਾਰਟ, ਠੀਕ ਹੈ। ਆਪਾਂ ਕੀ ਕਰ ਰਹੇ ਹਾਂ, ਮੈਜਰੈਂਟ ਦੀ ਵੈਲਿਊ ਇਨਕਰੀਜ਼ ਕਰ ਰਹੇ ਹਾਂ, ਨਾਲ ਕੀ ਆਣੀ ਆ, ਆਪਣੀ ਆਊਟਪੁੱਟ, ਠੀਕ ਹੈ। ਹੁਣ ਉਹ ਕੀ ਕਹਿੰਦਾ, ਆਪਾਂ ਕੀ ਕੀਤਾ, ਉਸ ਨੂੰ ਨੈਗੇਟਿਵ ਡਾਇਰੈਕਸ਼ਨ ਦੇ ਵਿੱਚੋਂ
ਕਰਵ ਸਟਾਰਟ ਕੀਤੀ, ਠੀਕ ਹੈ। ਇਹਦਾ ਮਤਲਬ ਨੈਗੇਟਿਵ ਡਾਇਰੈਕਸ਼ਨ ਤੋਂ ਆਪਾਂ ਵੈਲਿਊ ਉਸ ਦੇ ਵਿੱਚ ਪੁੱਟ ਕਰਨਾ ਸ਼ੁਰੂ ਕੀਤਾ। ਜਦੋਂ ਆਪਾਂ ਨੈਗੇਟਿਵ ਪੁੱਟ ਕਰਨਾ ਸ਼ੁਰੂ ਕੀਤਾ ਤਾਂ ਦੇਖੋ ਇੱਧਰ ਗ੍ਰਾਫ ਜਿਹੜਾ ਨੀਚੇ ਵਾਲਾ ਇਹ ਵਾਲੀ, ਇਹ ਦੇਖੋ ਆ ਜਿਹੜਾ ਗ੍ਰਾਫ ਹੈ ਇਹ ਕਿਹੜੀ ਹੈਗੀ ਆ, ਪਹਿਲੀ ਕਰਵ। ਇਹ ਕੀ ਹੈਗੀ ਆ, ਫਸਟ ਕਰਵ ਇਸ ਤਰ੍ਹਾਂ ਗਈ, ਠੀਕ ਹੈ। ਐਂਡ ਦੈਨ ਇਹ ਜਿਹੜੀ ਕਰਵ ਏ ਆ, ਇਹ ਇੱਕ ਐਸੀ ਵੈਲਿਊ ਹੋਏਗੀ ਮੈਜਰੈਂਟ ਦੀ ਜਿੱਥੇ ਜਾ ਕੇ ਇਹ ਕਰਵ ਸਟ੍ਰੇਟ ਹੋ ਜਾਏਗੀ, ਕਿਉਂਕਿ ਆਪਣੇ ਇੰਸਟਰੂਮੈਂਟ ਦੀ ਲਿਮਿਟਸ ਕਿ ਇੰਨੀ ਹੀ ਉਹ ਮੈਕਸਿਮਮ ਰੀਡ ਕਰ ਸਕਦਾ, ਠੀਕ ਹੈ। ਜਦੋਂ ਆਪਾਂ ਉੱਥੇ ਆ ਜਾਵਾਂਗੇ ਫਿਰ ਕੀ ਕਰਨਾ, ਆਪਾਂ ਉਹੀ ਚੀਜ਼ ਆਪਾਂ ਕੀ ਕਰਨਾ ਸ਼ੁਰੂ ਕਰ ਦੇਣਾ, ਆਪਣੇ ਜਿਹੜਾ ਮੈਜਰੈਂਟ ਹੈ ਉਹਦੀ ਵੈਲਿਊ ਘਟਾਉਣੀ ਸ਼ੁਰੂ ਕਰ ਦੇਣੀ ਇਨ ਨੈਗੇਟਿਵ ਡਾਇਰੈਕਸ਼ਨ ਆਲਸੋ। ਜਦੋਂ ਹੀ ਆਪਾਂ ਉਸ ਦੀ ਵੈਲਿਊ ਘਟਾਵਾਂਗੇ ਉਸਨੇ ਉਹ ਸੇਮ ਪਾਥ ਟਰੇਸ ਨਹੀਂ ਕਰਨਾ, ਠੀਕ ਹੈ। ਫਿਰ ਉਹਨੇ ਕਰਵ ਕਿਹੜੀ ਸ਼ੋ ਕਰਨੀ, ਕਰਵ ਬੀ। ਉਹਨੇ ਕਿਹੜੀ ਕਰਵ ਸ਼ੋ ਕਰਨੀ ਹੈ, ਕਰਵ ਬੀ ਆ ਵਾਲੀ, ਠੀਕ ਹੈ। ਜਦੋਂ ਹੀ ਕਰਵ ਬੀ ਆਇਆ ਉਹ ਕੀ ਹੋਏਗਾ, ਆਊਟਪੁੱਟ ਆਪਾਂ ਕੀ ਕੀਤਾ, ਉਸ ਮੈਜਰੈਂਟ ਦੀ ਵੈਲਿਊ ਨੂੰ ਗ੍ਰੈਜੂਅਲੀ ਡਿਕਰੀਜ਼ ਕੀਤਾ, ਉਹ ਇੱਥੇ ਆ ਕੇ ਰੁਕ ਜਾਏਗੀ, ਠੀਕ ਹੈ। ਆ ਦੇਖੋ ਇੱਥੇ ਇੱਕ ਪੁਆਇੰਟ ਬਣੇਗਾ, ਇੱਥੇ ਦੇਖੋ ਆ ਵਾਲਾ, ਠੀਕ ਹੈ, ਜਿੱਥੇ ਲਿਖਿਆ ਹੈ। ਹੁਣ ਦੇਖੋ ਆउटपुट की वैल्यू क्या आ गई, इतने मैक्सिमम आउटपुट डिस्टेंस है। ये जी करव आ ये आउटपुट रीडिंग दे नाल कट कर रही है इतने। हुण की आ हौली हौली नीचे आ गया, ठीक है। एंड इसी तरह मैक्सिमम मिनिमम अपने आउटपुट सेट हो जाएगी, ठीक है। मैक्सिमम आउटपुट इनपुट सेट हो जाएगी। आ देखो आ एक पॉइंट बन गया, आ जिहड़ा पॉइंट है ये की कर रहा, ये आउटपुट रीडिंग नूं कट कर रहा, ठीक है। हुण इधर देखो ये जो आपां इस सेम कर्व होनी चाहिए सी जो आपां मैजरेंट वैल्यू दी डिक्रीज़ करना शुरू किया। इसदा मतलब वो सेम कर्व नहीं बनाया, ठीक है। इसदा मतलब उसदे विच चेंज आया, ठीक है। एक आ पॉइंट है, एक आ पॉइंट है, ठीक है। ये की हैगा आ, हुण आपां वैल्यूज़ दी की करती है नैगेटिव डायरैक्शन च लैके जानी शुरू कर दी एंड दैन अगेन इत्थे आके वो स्टॉप कर गया, ठीक है। हुण की होया, जिहड़ियां वैल्यूज़ है किहड़ी मैक्सिमम आउटपुट हिस्टैरिसिस, हेयर भी एक वैल्यू आ गई मैक्सिमम इनपुट हिस्टैरिसिस। आ जिहड़ी अपने आउटपुट तो नैगेटिव डायरैक्शन दे विच जदों आपां करदे हां, ठीक है, वो वैल्यू आंदी है उसनूं की कहंदे आपां मैक्सिमम आउटपुट हिस्टैरिसिस। जिहड़ी अपनी कर्व जदों आपां नैगेटिव तो स्टार्ट करांगे उसनूं की कहंदे आपां आ वाली इस डायरैक्शन में, इसनूं की कहंदे आ मैक्सिमम इनपुट हिस्टैरिसिस, ठीक है। जिहड़ी आ इन्हां दे विचकार है ये की हैगी अपने को डेड स्पेस, ਇਹਦੇ ਵਿੱਚ ਆਪਾਂ को कोई भी रीडिंग नहीं आई। जो ਆਪਾਂ ਇੱਥੇ ਆਪਾਂ स्टार्ट करना शुरू किया ਇਹਨੂੰ ग्रैजुअली इंक्रीज करना, पर अपने को आउटपुट रीडिंग की वैल्यू क्या रही, स्ट्रेट। इसनों की कहते ਆਪਾਂ डेड स्पेस। ਜਿਹੜਾ आ इफेक्ट है इस इफेक्ट ਨੂੰ की कहते ਆਪਾਂ हिस्टैरिसिस। चलो So if the input variable is then steadily decreased, the output varies in the manner shown in a curve, ठीक है। जिस the no coincide between these loading and unloading curves is known as hysteresis, ठीक है। इन्हां दे विचकार ਜਿਹੜਾ ਇਹਨਾਂ ਨੂੰ ਮੈਚ नहीं करता, ਇਹਦੀ ਜਿਹੜੀ ਕਰਵ ਸ਼ੋ ਕਰਨਾ ਇਹਨੂੰ ਕੀ ਕਹਿੰਦੇ ਆਪਾਂ ਹਿਸਟੈਰਿਸਿਸ। ਨੈਕਸਟ ਕੀ ਹੈ ਡੈਡ ਸਪੇਸ। ਡੈਡ ਸਪੇਸ ਤੇ ਦੱਸਿਆ ਦਿੱਤਾ ਹੈ ਕਿ ਡੈਡ ਸਪੇਸ ਕੀ ਆ ਕਿ ਜਿੱਥੇ ਆਪਾਂ ਨੂੰ ਇਨਪੁਟ ਕਰਨ ਤੇ ਕੋਈ ਵੀ ਚੇਂਜ ਨਹੀਂ ਆਉਂਦੀ, ਠੀਕ ਹੈ। ਡੈਡ ਸਪੇਸ ਇਜ਼ ਡਿਫਾਈਨਡ ਐਜ਼ ਦ ਰੇਂਜ ਆਫ ਡਿਫਰੈਂਟ ਇਨਪੁਟ ਵੈਲਿਊਜ਼ ਓਵਰ ਵਿਚ देयर इज नो चेंज इन द आउटपुट वैल्यू, ठीक है। दैट इज आवर डेड स्पेस। नैक्सट क्या है एरर्स। एरर्स का मतलब की है कि अपने इंस्ट्रूमेंट ਦੇ ਵਿੱਚ ਕੀ ਆ ਗਈ, ਕੋਈ एरर आ गई। एरर ਦਾ मतलब है कि जो ਆਪਾਂ एक्सपैक्टेड वैल्यू ਸੀ ਉਸ ਤੋਂ ਉਹ वैल्यू ਕੀ ਆ ਜਾਂ ਘੱਟ ਹੈ ਜਾਂ ਵੱਧ ਹੈ, ठीक है। द डिग्री टू विच एन मेजरमेंट नियर्स द एक्सपैक्टेड वैल्यू इज एक्सप्रैस्ड इन द टर्म ऑफ द एरर ऑफ मेजरमेंट। ਇਹਦਾ ਮਤਲਬ ਜਿਹੜੀ ਉਹ वैल्यू ਹੈ ਉਹਨੂੰ ਕੀ ਕਹਿੰਦੇ ਆ, ਜਿਹੜਾ ਡਿਫਰੈਂਸ ਵਾਲੀ वैल्यू ਉਸ ਨੂੰ ਕੀ ਕਹਿੰਦੇ ਆਪਾਂ ਉਸ ਦੀ एरर।
एरर में बी एक्सप्रैसड आइदर एज एब्सोल्यूट एज अ और परसेंटेज। ਇਹਦਾ मतलब ਕੀ ਆ, ਜਾਂ ਤਾਂ ਉਹਨੂੰ ਐਬਸੋਲੂਟ ਦੇ ਤਰੀਕੇ ਨਾਲ ਆਪਾਂ ਰਿਪਰੈਜ਼ੈਂਟ ਕਰ ਸਕਦੇ, ਦੂਸਰਾ ਕੀ ਹੈਗਾ ਪਰਸੈਂਟੇਜ। ਠੀਕ ਹੈ, ਸਪੋਜ਼ ਕਰੋ E ਇਜ਼ ਅਵਰ E ਕੀ ਹੈਗੀ ਆਪਣੇ ਕੋਲ ਐਰਰ, ਦੈਟ ਇਜ਼ ਇਕੁਅਲ ਟੂ yn ਮਾਈਨਸ xn। ਜਿਹੜਾ ਇੱਥੇ yn ਹੈ ਦੈਟ ਇਜ਼ ਅਵਰ ਐਕਸਪੈਕਟਡ ਵੈਲਿਊ, ਵੇਅਰ ਜਿਹੜਾ xn ਹੈ ਉਹ ਕੀ ਹੈਗੀ ਆਪਣੀ ਮੈਜਰਡ ਵੈਲਿਊ। ਠੀਕ ਹੈ, ਇਹਨਾਂ ਦੋਨਾਂ ਦੇ ਵਿਚਕਾਰਲਾ ਜਿਹੜਾ ਡਿਫਰੈਂਸ ਹੋਏਗਾ ਉਹ ਕੀ ਹੋਏਗੀ ਆਪਣੀ ਐਰਰ। ਟੂ ਫਾइंड आउट इट्स परसेंटेज, अगर आप उसकी की फाइंड आउट करनी है परसेंटेज, दैन परसेंटेज एरर इज इक्वल्स टू एब्सोल्यूट एरर। ठीक है, इन्हां दे विचकार जिहड़ी एरर है अपॉन एक्सपैक्टेड वैल्यू, अपॉन एक्सपैक्टेड वैल्यू। ये याद रखना कि ਉਹਦੇ अपॉन की आना है एक्सपैक्टेड वैल्यू इनटू 100। ठीक है, ई दी वैल्यू क्या सी yn माइनस xn, ਉਹ ਇੱਥੇ पुट कर ਦਿੱਤੀ, देयरफॉर परसेंटेज एरर इज इक्वल्स टू yn माइनस xn अपॉन yn इंटू 100। एक ही बन गई अपनी परसेंटेज एरर। नेक्स्ट क्या है स्टैटिक एरर्स। स्टैटिक एरर्स देखो ये भी वही चीज़ है कि डिफरेंस बिटवीन अ ट्रू वैल्यू एंड इट्स वैल्यू obtained बाय अ मेजरमेंट। एक उसकी जी ट्रू वैल्यू होएगी, जी उसकी एग्जैक्ट वैल्यू है, माइनस उन्होंने विचकारला डिफरेंस बिटवीन अ डिफरेंस, उन्होंने विचकार की है डिफरेंस है कि ट्रू वैल्यू तो आप जी वैल्यू मैजर्ड की हैगी। ठीक है, नैक्सट क्या हैगी ने इस दियाँ टाइप्स। ठीक है, स्टैटिक एरर्स आर कैटेगराइज्ड एज ग्रॉस एरर्स और ह्यूमन एरर्स, सिस्टमैटिक एरर्स, रैंडम एरर्स। याद रखियो ग्रॉस एरर्स नू ह्यूमन एरर्स भी कहते हैं, ये बहुत ही इंपॉर्टेंट। ग्रॉस एरर्स नू ह्यूमन एरर्स भी कहते हैं। ठीक है, ग्रॉस एरर्स क्या है, दैट मिस्टेक्स अकर्स ड्यू टू ह्यूमनस। ये ज़्यादातर मेनली वो एरर्स ने जड़ियाँ ह्यूमन मिस्टेक्स के नाल प्रोड्यूस हो जांदियां ने। ठीक है, या तो आप उन्होंने रिकॉर्डिंग करन लगे या उन्होंने यूज़ करन लगे इंस्ट्रूमेंट नू एरर्स कर दिंदे आ, वो जिहड़ी एरर्स आ अपनी रीडिंग दे विच आ जांदी है। फर्स्ट ऑफ ऑल एरर्स में आल्सो अकर्स ड्यू टू इनकरैक्ट एडजस्टमेंट्स ऑफ इंस्ट्रूमेंट। वही चीज़ कि आप अपने इंस्ट्रूमेंट नू इनकरैक्टली एडजस्ट किया, जिस दी वजह दे नाल अपने इंस्ट्रूमेंट दे विच की अपनी रीडिंग दे विच की आ गई एरर आ गई। ठीक है, ये जड़ियाँ एरर्स आ दे आर कैनॉट बी ट्रीटेड मैथामैटिकली। ठीक है, इन्होंने आप मैथामैटिकली ट्रीटेड नहीं कर सकते, ना इन्हों एलिमीनेट कर सकते हैं क्योंकि ये बहुत ही पॉसिबल, बट आप इसनों मिनीमाइज कर सकते हैं। वो किस तरह मिनीमाइज कर सकते हैं, आप उसनों सही वे दे नाल यूज़ कर। ठीक है, आप उसनों सही वे दे नाल यूज़ करके इन्हां एरर्स नूं की कर सकते हैं मिनीमाइज। नैक्सट क्या है सिस्टमैटिक एरर्स। सिस्टमैटिक एरर्स क्या है, दिस एरर्स अकर्स ड्यू टू शॉर्टकमिंग्स ऑफ द इंस्ट्रूमेंट सच एज डिफेक्टिव और worn parts or aging or effects of the environment on the instrument। ਇਹਦਾ ਮਤਲਬ ਕੀ ਹੈ ਕਿ ਜਿਹੜੀਆਂ ਬਾਹਰਲੀਆਂ ਕੰਡੀਸ਼ਨਸ ਆ ਉਹਨਾਂ ਨੇ ਜਿਹੜਾ ਆਪਣਾ ਇਨਸਟਰੂਮੈਂਟ ਹੈ ਉਸਨੂੰ ਕੀ ਕਰ ਦਿੱਤਾ ਆ, ਥੋੜਾ ਖਰਾਬ ਕਰ ਦਿੱਤਾ। ਲਾਈਕ ਰਸਟ ਲੱਗ ਗਈ ਹੈ, ਠੀਕ ਹੈ, ਕੁਝ ਪਾਰਟਸ ਹੈ ਉਹ ਟੁੱਟ ਗਏ ਨੇ, ਜਾਂ ਉਸ ਦੇ ਵਿੱਚ ਕਾਫੀ ਦੇਰ ਤੱਕ ਆਪਾਂ ਯੂਜ਼ ਕਰੀ ਜਾ ਰਹੇ ਹਾਂ ਉਸਨੂੰ, ਤਾਂ ਕਰਕੇ ਉਸ ਦੇ ਵਿੱਚ ਚੇਂਜਿਸ ਆ ਗਈਆਂ ਨੇ। ਠੀਕ ਹੈ, ਇਸ ਤਰ੍ਹਾਂ ਦੀਆਂ ਐਰਰਸ ਨੂੰ ਕੀ ਕਹਿੰਦੇ ਆਪਾਂ ਸਿਸਟਮੈਟਿਕ ਐਰਰਸ। ਥੀਜ਼ ਐਰਰਸ ਆਰ ਸਮਟਾਈਮਸ ਰੈਫਰ ਟੂ ਐਜ਼ ਬਾਇਸ and they influence all measurements of a quantity alike। हर तरह दी हर तरीके दे ਜਦੋਂ ਵੀ ਆਪਾਂ ਮੈਜਰ ਕਰਾਂਗੇ ਕੋਈ ਵੀ ਵੈਲਿਊ ਨੂੰ ਹਰ ਵੇਲੇ ਇਹ ਆਏਗੀ ਹੀ ਆਏਗੀ। ਠੀਕ ਹੈ, ਅ ਕਨਸਟੈਂਟ ਯੂਨੀਫਾਰਮ ਡੇਵੀਏਸ਼ਨ ਆਫ ਦਾ ਆਪਰੇਸ਼ਨ ਆਫ ਐਨ ਇਨਸਟਰੂਮੈਂਟ ਇਜ਼ ਨੋਨ ਐਜ਼ ਸਿਸਟਮੈਟਿਕ ਐਰਰ। ਇਹ ਜਿਹੜੀ ਡੇਵੀਏਸ਼ਨ ਵਾ, ਇਹ ਜਿਹੜੀ ਚੇਂਜ ਆ, ਇਹ ਕਨਸਟੈਂਟਲੀ ਹੀ ਰਹੇਗੀ। ਠੀਕ ਹੈ, ਹਰ ਇਨਸਟਰੂਮੈਂਟ ਦੇ ਵਿੱਚ ਥੋੜ੍ਹੀ ਥੋੜ੍ਹੀ ਐਰਰਸ ਹੋ ਜਾਂਦੀ ਆ। ਇਹ ਐਰਰ ਜਿਹੜੀ ਹੈਗੀ ਆ ਉਹ ਨੋਰਮਲੀ ਹਰ ਰੀਡਿੰਗ ਦੇ ਵਿੱਚ ਨਜ਼ਰ ਆਉਂਦੀ ਹੈ। ਠੀਕ ਹੈ, these are basically three types of systematic errors।
इंस्ट्रूमेंटल, इन्वायरमेंटल, ऑब्जर्वेशनल। पहला की हैगा इंस्ट्रूमेंटल एरर। इंस्ट्रूमेंटल एरर केड़ियां? दे आर इनहेरिटेड इन मेजरिंग इंस्ट्रूमेंट्स बिकॉज ऑफ देयर मैकेनिकल स्ट्रक्चर। फॉर एग्जाम्पल irregular spin, spring tensions, stretching of the spring or reduction in the tension due to improper handling। ਇਹਦਾ ਮਤਲਬ ਕਿ ਸਪੋਜ਼ ਕਰੋ ਸਪਰਿੰਗ ਹੈ, ਸਪਰਿੰਗ ਨੂੰ ਕੀ ਸਪਰਿੰਗ ਦੀ ਜਿਹੜੀ ਆ ਸਟਰੈਂਥ ਆ ਉਹ ਘਟ ਗਈ ਆ। ਕਿਉਂ? ਕਿਉਂਕਿ ਆਪਾਂ ਉਹਨੂੰ ਬਾਰ-ਬਾਰ ਯੂਜ਼ ਕਰੀ ਜਾ ਰਹੇ ਹਾਂ, ਜਾਂ ਉਹਦੀ ਇਰੈਗੂਲਰ ਯੂਜ਼ ਕਰ ਰਹੇ ਹਾਂ, ਜਾਂ ਆਪਾਂ ਕੀ ਕਰ ਰਹੇ ਹਾਂ ਉਸ ਦੀ ਇੰਪਰੋਪਰ ਹੈਂਡਲਿੰਗ ਕੀਤੀ ਆ, ਜਾਂ ਉਸ ਦੇ ਉੱਤੇ ਓਵਰਲੋਡਿੰਗ। ਕਈ ਵੇਲੇ ਆਪਾਂ ਨੇ ਇੰਸਟਰੂਮੈਂਟ ਦੀ ਲੋਡਿੰਗ ਦੀ ਵੈਲਿਊ 20 kg ਹੁੰਦੀ ਆ, ਆਪਾਂ ਉਸ 'ਤੇ 30-40 kg ਦਾ ਵੇਟ ਮੈਜਰ ਕਰ ਲਾਂਗੇ ਤਾਂ ਵੀ ਉਹ ਪ੍ਰੋਬਲਮਸ ਅਕਰ ਹੋ ਜਾਂਦੀਆਂ। ਇਸ ਤਰ੍ਹਾਂ ਦੀਆਂ ਐਰਰਸ ਨੂੰ ਕੀ ਕਹਿੰਦੇ ਆਪਾਂ? ਇੰਸਟਰੂਮੈਂਟਲ ਐਰਰਸ। ਥੀਸ ਐਰਰਸ ਕੈਨ ਬੀ ਅਵੋਇਡਡ। ਕਿਸ ਤਰ੍ਹਾਂ ਇਸ ਨੂੰ ਆਪਾਂ ਅਵੋਇਡ ਕਰ? ਬਾਏ ਸਿਲੈਕਟਿੰਗ ਅ ਸੁਇਟੇਬਲ ਇੰਸਟਰੂਮੈਂਟ ਫॉर ਦਾ ਪਾਰਟੀਕੂਲਰ ਮੈਜਰਮੈਂਟ ਐਪਲੀਕੇਸ਼ਨ। ਠੀਕ ਹੈ, ਪਹਿਲਾਂ ਤਾਂ ਆਪਾਂ ਇਸ ਤਰ੍ਹਾਂ ਦਾ ਇੰਸਟਰੂਮੈਂਟ ਸਿਲੈਕਟ ਕਰੀਏ ਜਿਹੜੀ ਕਿ ਉਹਦੀਆਂ ਰਿਕੁਆਇਰਮੈਂਟਸ ਨੂੰ ਆਪਾਂ ਨੂੰ ਪਤਾ ਹੋਵੇ, ਉਸ ਤੋਂ ਆਪਾਂ ਐਕਸੀਡ ਨਾ ਕਰੀਏ। ਠੀਕ ਹੈ, ਜਿਹੜਾ ਸੁਇਟੇਬਲ ਹੋਵੇ ਆਪਣੀ ਕੁਆਂਟੀਟੀ ਨੂੰ ਮੈਜਰ ਕਰ। ਸਪੋਜ਼ ਕਰੋ ਆਪਾਂ ਨੇ ਵੇਟ ਮੈਜਰ ਕਰਨਾ ਸੀ 10 kg, ਆਪਾਂ ਇੰਸਟਰੂਮੈਂਟ ਉਹ ਯੂਜ਼ ਕਰਾਂਗੇ ਜਿਹੜਾ 10 kg ਤੋਂ ਅਬਵ ਹੀ ਹੋਵੇ। ਠੀਕ ਹੈ, ਜਿਹੜਾ ਵੈਲਿਊ 20 kg ਤੱਕ ਮੈਜਰ ਕਰ ਸਕੇ। ਠੀਕ ਹੈ, ਅਗਰ ਆਪਾਂ ਕੋਈ ਇੰਸਟਰੂਮੈਂਟ ਲਵਾਂਗੇ ਜਿਹੜਾ 5 kg ਵਾਲਾ, ਉਸ ਦੇ ਉੱਤੇ ਉਸ ਦੀ ਰੀਡਿੰਗ ਵੀ ਨਹੀਂ ਆਣੀ, ਉਹ ਜਿਹੜਾ ਇੰਸਟਰੂਮੈਂਟ ਹੈ ਉਹ ਵੀ ਖਰਾਬ ਹੋਣ ਦਾ ਖਤਰਾ ਰਹੇਗਾ। ਅਪਲਾਈਂਗ ਕਰੈਕਸ਼ਨ ਫੈਕਟਰਸ ਆਫਟਰ ਡਿਟਰਮਾਈਨਿੰਗ ਦੀ ਅਮਾਊਂਟ ਆਫ ਇੰਸਟਰੂਮੈਂਟਲ ਐਰਰਸ। ਠੀਕ ਹੈ, ਆਪਾਂ ਕੀ ਕਰ ਸਕਦੇ ਹਾਂ? ਆਪਣੇ ਕਰੈਕਸ਼ਨ ਫੈਕਟਰਸ ਅਪਲਾਈ ਕਰ ਸਕਦੇ ਹਾਂ। ਠੀਕ ਹੈ, ਫਿਰ ਉਸ ਦੀ ਹੈਲਪ ਦੇ ਨਾਲ ਆਪਾਂ ਉਸ ਦੀ ਐਰਰਸ ਨੂੰ ਕੈਲਕੂਲੇਟ ਕਰ ਸਕਦੇ ਹਾਂ, ਉਹ ਜਿਹੜੀ ਫਿਰ ਉਸ ਨੂੰ ਐਲੀਮੀਨੇਟ ਵੀ ਕਰ ਸਕਦੇ ਹਾਂ। ਕੈਲੀਬ੍ਰੇਟਿੰਗ ਦਾ ਇੰਸਟਰੂਮੈਂਟ ਅਗੇਂਸਟ ਦਾ ਸਟੈਂਡਰਡ। ਆਪਾਂ ਕੀ ਕਰਾਂਗੇ? ਆਪਣੇ ਸਟੈਂਡਰਡ ਦੇ ਨਾਲ ਉਸ ਨੂੰ ਕੈਲੀਬ੍ਰੇਟ ਕਰਾਂਗੇ। ਕੈਲੀਬ੍ਰੇਟ ਮਤਲਬ ਉਸ ਦੇ ਵਿੱਚ ਐਡਜਸਟਮੈਂਟ ਇਸ ਤਰ੍ਹਾਂ ਕਰਾਂਗੇ ਕਿ ਉਹ ਪ੍ਰੋਪਰਲੀ ਸੇਮ ਰੀਡਿੰਗ ਦਿਖਾਵੇ ਜਦੋਂ ਆਪਾਂ ਉਸ ਨੂੰ ਕੰਪੇਅਰ ਕਰੀਏ ਵਿਦ ਦਾ ਸਟੈਂਡਰਡ। ਸੋ ਕੈਲੀਬ੍ਰੇਸ਼ਨ ਕਿਆ ਹੋ ਗਿਆ? ਇਟ ਇਜ਼ ਅ ਪ੍ਰੋਸੈਸ ਜਿਸ ਦੇ ਨਾਲ ਹੈਲਪ ਦੇ ਨਾਲ ਆਪਾਂ ਕੀ ਕਰਦੇ ਹਾਂ? ਆਪਣੇ ਇੰਸਟਰੂਮੈਂਟ ਨੂੰ ਐਡਜਸਟ ਕਰਦੇ ਹਾਂ ਵਿਦ ਦਾ ਸਟੈਂਡਰਡਸ। ਇਹ ਵੀ ਯਾਦ ਰੱਖਣ ਵਾਲਾ। ਨੈਕਸਟ ਕਿਆ ਹੈ? ਇਨਵਾਇਰਮੈਂਟਲ ਐਰਰਸ। ਹੁਣ ਉਹੀ ਇਨਵਾਇਰਮੈਂਟਲ ਐਰਰਸ ਆ ਜਿਹੜੀਆਂ ਕਿ ਅਕਰਸ ਹੁੰਦੀਆਂ ਡਿਊ ਟੂ ਚੇਂਜ ਇਨ ਅ ਇਨਵਾਇਰਮੈਂਟ, ਡਿਊ ਟੂ ਦਾ ਚੇਂਜ ਇਨ ਅ ਇਨਵਾਇਰਮੈਂਟ। ਜਿਸ ਤਰ੍ਹਾਂ ਕੀ ਆ ਹਿਊਮਿਡਿਟੀ, ਪ੍ਰੈਸ਼ਰ, मैग्नेटिक इलेक्ट्रोस्टैटिक फील्ड्स, और क्या है चेंज इन टैंपरेचर। ये सारिया कंडीशनस आ जो चेंज होंदियां, ये एक्सटर्नली चेंज होंदियां, पर इन्हां दा भी इंस्ट्रूमेंट दे उत्ते इफेक्ट पैंदा है। ठीक है, दीज एरर्स कैन बी अवॉइडेड। हुण किवें इन्हां नूं अवॉइड करांगे? बाय यूजिंग एयर कंडीशनिंग। अगर ओवर हीटिंग ना हो जाए अपने इंस्ट्रूमेंट की, तां जो कि उस दे उत्ते टैंपरेचर दा असर ना होवे। सीलिंग सर्टेन कंपोनेंट्स इन द इंस्ट्रूमेंट। ਆਪਾਂ ਕੀ ਕਰੀਏ? ਹਰਮੈਟਿਕਲੀ ਇਹਨਾਂ ਦੀ ਸੀਲਿੰਗ ਕਰ ਲਈਏ। ਆਪਾਂ ਜਿਹੜਾ ਇੰਸਟਰੂਮੈਂਟ ਹੈ ਉਹਨੂੰ ਪ੍ਰੋਪਰਲੀ ਸੀਲ ਕਰ ਲਈਏ। ਠੀਕ ਹੈ, ਸੀਲਿੰਗ ਬਹੁਤ ਜ਼ਰੂਰੀ ਆ ਕਿਉਂਕਿ ਉਸ ਦੇ ਨਾਲ ਹਿਊਮਿਡਿਟੀ ਫਿਰ ਅੰਦਰ ਨਹੀਂ ਆਏਗੀ ਅਤੇ ਆਪਣਾ ਇੰਸਟਰੂਮੈਂਟ ਖਰਾਬ ਨਹੀਂ। ਯੂਜ਼ਿੰਗ ਮੈਗਨੈਟਿਕ ਸ਼ੀਲਡਸ। ਹੁਣ ਕੀ ਆ? ਮੈਗਨੈਟਿਕ ਸ਼ੀਲਡਸ ਯੂਜ਼ ਕਰੀਏ, ਉਸ ਦੀ ਹੈਲਪ ਉਹ ਜਿਹੜਾ ਆਪਣੀ ਅਰਥ ਮੈਗਨੈਟਿਕ ਫੀਲਡ ਆ ਉਸ ਨੂੰ ਇਫੈਕਟ ਨਾ ਕਰੇ। ਨਾਓ ਨੈਕਸਟ ਹੈ ਆਬਜ਼ਰਵੇਸ਼ਨਲ ਐਰਰਸ। ਆਬਜ਼ਰਵੇਸ਼ਨਲ ਐਰਰਸ ਇਹ ਉਹ ਐਰਰਸ ਆ ਦੈਟ ਆਰ ਅਕਰਸ ਡਿਊ ਟੂ ਦਾ ਅਬਜ਼ਰਵਰ। ਜਿਹੜਾ ਅਬਜ਼ਰਵਰ ਹੈ ਉਹ ਕੀ ਕਰ ਰਿਹਾ? ਆਪਣੀ ਡਾਇਰੈਕਸ਼ਨ ਜਿਹੜੀ ਹੈਗੀ ਆ ਉਹ ਚੇਂਜ ਕਰ ਰਿਹਾ। ਸਪੋਜ਼ ਕਰੋ ਪਹਿਲਾਂ ਉਹ ਕੀ ਕਰ ਰਿਹਾ? ਇੱਕ ਇੰਸਟਰੂਮੈਂਟ ਦੇ ਇਨ ਫਰੰਟ ਹੈ। ਠੀਕ ਹੈ, ਜਦੋਂ ਇਹਦਾ ਮਤਲਬ ਕੀ ਆ? ਇੰਸਟਰੂਮੈਂਟ ਦੇ ਸਾਹਮਣੇ, ਬਿਲਕੁਲ ਸਾਹਮਣੇ ਉਸਨੂੰ ਜਿਹੜੀ ਉਹ ਸਕੇਲ ਦੇ ਉੱਤੇ ਰੀਡਿੰਗ ਨਜ਼ਰ ਆ ਰਹੀ ਹੈ ਉਹ ਐਗਜ਼ੈਕਟ ਆ ਰਹੀ ਆ ਜਿਹੜੀ ਉਹਦੇ ਸਾਹਮਣੇ ਪੈਰਲਲ ਆ। ਬਟ ਜਦੋਂ ਉਹ ਇੱਕ ਕਾਰਨਰ ਦੀ ਸਾਈਡ ਨੂੰ ਚਲੇ ਜਾਂਦਾ, ਸਪੋਜ਼ ਕਰੋ ਲੈਫਟ ਹੈਂਡ ਸਾਈਡ ਨੂੰ ਚਲਾ ਗਿਆ, ਜਦੋਂ ਉੱਧਰੋਂ ਓਬਜ਼ਰਵ ਕਰਦਾ ਆ ਤਾਂ ਉਸਨੂੰ ਵੈਲਿਊ ਥੋੜ੍ਹੀ ਘੱਟ ਨਜ਼ਰ ਆਉਂਦੀ। ਜਦੋਂ ਰਾਈਟ ਹੈਂਡ ਸਾਈਡ ਤੋਂ ਵਾਲੀ ਡਾਇਰੈਕਸ਼ਨ 'ਚ ਉਹ ਮੈਜਰ ਕਰਨਾ ਸਟਾਰਟ ਕਰਦਾ, ਫਿਰ ਉਸਨੂੰ ਕੀ ਲੱਗਦਾ ਕਿ ਉਹ ਵੈਲਿਊ ਜ਼ਿਆਦਾ ਆਉਂਦੀ ਹੈ। ਕਿਸ ਤਰ੍ਹਾਂ ਇਹ ਦਿਖਾਉਂਦੇ ਆ ਤੁਹਾਨੂੰ? ਆਹ ਦੇਖੋ, ਇਹ ਆਪਣਾ ਇੱਕ ਸਕੇਲ ਹੈ, ਇਹ ਰੀਡਿੰग्स है। ठीक है, here is the observer है, this is an eye।
दिस इज़ आवर नीडल। सपोज करो इतने 5 है, इतने की है 0, ठीक है। ਹੁਣ ਦੇਖੋ ਜਿਹੜਾ ਅਬਜ਼ਰਵਰ ਇੱਕਦਮ ਫਰੰਟ ਤੋਂ ਦੇਖੇਗਾ ਉਸਨੂੰ ਇਹ ਕੀ ਵੈਲਿਊ ਆਏਗੀ ਐਗਜ਼ੈਕਟ 5 ਤੋਂ ਪੁਆਇੰਟ ਘੱਟ ਇੱਕ, ਠੀਕ ਹੈ। ਉਹ ਵੈਲਿਊ ਕੀ ਆਏਗੀ 5 ਤੋਂ ਇੱਕ ਪੁਆਇੰਟ ਘੱਟ। ਜਿਹੜਾ ਇਸ ਸਾਈਡ ਅਬਜ਼ਰਵਰ ਉਹ ਇਸ ਤਰ੍ਹਾਂ ਦੇਖੇਗਾ ਉਸਨੂੰ ਇਹ ਐਗਜ਼ੈਕਟ 5 ਨਜ਼ਰ ਆਏਗੀ। ਜਿਹੜਾ ਇਸ ਸਾਈਡ ਅਬਜ਼ਰਵਰ ਹੈ ਉਸਨੂੰ ਇਹ ਜਿਹੜੀ ਵੈਲਿਊ ਆ ਉਹ इस वैल्यू तो भी स्ट्रेट वाली वैल्यू तो भी 1 पॉइंट घट नज़र आएगी। इसका क्या मतलब है, ये जी एरर है ये अक्कर होंदी है ड्यू टू ऑब्जर्वर। सो इस तरह की एरर्स नूं कहंदे आपां ऑब्जर्वेशनल एरर्स। सो दीज आर ऑल अबाउट एरर्स एंड दिस टॉपिक इज फिनिश्ड।